ਮਸ਼ਹੂਰ ਗਾਇਕ ਸੁਰਿੰਦਰ ਸ਼ਿੰਦਾ ਦਾ ਦੇਹਾਂਤ ਹੋ ਗਿਆ ਹੈ। ਡੀਐਮਸੀ ਲੁਧਿਆਣਾ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ। ਕਈ ਦਿਨ ਤੋਂ ਹਸਪਤਾਲ ਦੇ ਵਿੱਚ ਭਰਤੀ ਸਨ। ਆਪਰੇਸ਼ਨ ਤੋਂ ਬਾਅਦ ਇਨਫੈਕਸ਼ਨ ਵੱਧ ਗਈ ਸੀ। ਕਈ ਦਿਨਾਂ ਤੋਂ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਤੇ ਇਸ ਵੇਲੇ ਦੀ ਵੱਡੀ ਖਬਰ ਸੁਰਿੰਦਰ ਸ਼ਿੰਦਾ ਪੰਜਾਬੀ ਗਾਇਕ, ਮਸ਼ਹੂਰ ਪੰਜਾਬੀ ਗਾਇਕ, ਉਹਨਾਂ ਦਾ ਦੇਹਾਂਤ ਹੋ ਗਿਆ ਹੈ। ਪੰਜਾਬ ਦਾ ਇੱਕ ਵੱਡਾ ਨਾਂ, ਇੱਕ ਵੱਡਾ ਚਿਹਰਾ ਸੁਰਿੰਦਰ ਸ਼ਿੰਦਾ ਸਾਡੇ ਵਿੱਚ ਨਹੀਂ ਰਹੇ। ਉਹਨਾਂ ਦਾ ਦੇਹਾਂਤ ਹੋ ਗਿਆ ਹੈ। ਸਿਹਤ ਦੇ ਚਲਦੇ ਹਸਪਤਾਲ ਦੇ ਵਿੱਚ ਭਰਤੀ ਸਨ। ਇਲਾਜ ਉਹਨਾਂ ਦਾ ਜਾਰੀ ਸੀ ਲੇਕਿਨ ਕੰਪਲਿਕੇਸ਼ਨਸ ਵੱਧ ਗਈਆਂ। ਆਪਰੇਸ਼ਨ ਤੋਂ ਬਾਅਦ ਇਨਫੈਕਸ਼ਨ ਵੱਧ ਗਈ ਜਿਸ ਦੇ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ ਹੈ। ਡੀਐਮਸੀ ਲੁਧਿਆਣਾ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਸੀ ਤੇ ਹੁਣ ਉਹਨਾਂ ਦੇ ਦੇਹਾਂਤ ਦੀ ਖਬਰ ਮਿਲ ਰਹੀ ਹੈ। ਇਸ ਵੇਲੇ ਦੀ ਇਹ ਵੱਡੀ ਖਬਰ ਹੈ। ਸੁਰਿੰਦਰ ਸ਼ਿੰਦਾ ਬਹੁਤ ਵੱਡਾ ਨਾਂ ਪੰਜਾਬੀ ਮਿਊਜ਼ਿਕ ਦਾ, ਪੰਜਾਬੀ ਮਿਊਜ਼ਿਕ ਇੰਡਸਟਰੀ ਦਾ, ਲੋਕ ਗਾਇਕੀ ਦਾ ਇੱਕ ਜਾਣਿਆ ਮਾਣਿਆ ਚਿਹਰਾ, ਉਹਨਾਂ ਦਾ ਦੇਹਾਂਤ ਹੋ ਗਿਆ ਹੈ। ਤਾਂ ਸਿਹਤ ਸੰਬੰਧੀ ਮੁਸ਼ਕਿਲਾਂ ਦਾ ਉਹਨਾਂ ਨੂੰ ਸਾਹਮਣਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਡੀਐਮਸੀ ਦੇ ਵਿੱਚ ਦਾਖਲ ਕਰਾਇਆ ਗਿਆ ਸੀ। ਪਿਛਲੇ ਕਾਫੀ ਦਿਨਾਂ ਤੋਂ ਉਹਨਾਂ ਦੀ ਸਿਹਤ ਸੰਬੰਧੀ ਪਲ-ਪਲ ਦੀ ਜਾਣਕਾਰੀ ਉਹਨਾਂ ਦੇ ਜਿਹੜੇ ਨੇੜੇ ਦੇ ਲੋਕ ਸੀ ਉਹ ਦੇ ਰਹੇ ਸੀ ਕਿ ਉਹਨਾਂ ਦਾ ਇਲਾਜ ਜਾਰੀ ਹੈ ਲੇਕਿਨ ਹੁਣ ਉਹਨਾਂ ਦੇ ਦੇਹਾਂਤ ਦੀ ਖਬਰ ਮਿਲ ਰਹੀ ਹੈ। ਗੌਰਵ ਸ਼ੁਕਲਾ ਮੇਰੇ ਸਹਿਯੋਗੀ ਫੋਨ ਲਾਈਨ ਤੇ ਜੁੜੇ ਨੇ। ਗੌਰਵ, ਕੀ ਕੁਝ ਤੁਹਾਡੇ ਕੋਲ ਪੂਰੀ ਜਾਣਕਾਰੀ? ਕਾਫੀ ਦਿਨਾਂ ਤੋਂ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ, ਹਾਲਾਂਕਿ ਵਿੱਚ ਇਹ ਵੀ ਖਬਰਾਂ ਆਉਂਦੀਆਂ ਰਹੀਆਂ ਕਿ ਉਹ ਠੀਕ ਨੇ, ਅਜੇ ਇਲਾਜ ਜਾਰੀ ਹੈ, ਲੇਕਿਨ ਹੁਣ ਇਹ ਮੰਦਭਾਗੀ ਖਬਰ ਆਈ ਹੈ। ਬਿਲਕੁਲ ਅਰਸ਼, ਡੈਫੀਨਿਟਲੀ ਬਹੁਤ ਅਨਫੋਰਚੂਨੇਟ, ਖਾਸ ਤੌਰ ਤੇ ਜਿਹੜੇ ਪੰਜਾਬੀ ਸਿੰਗਿੰਗ ਨੂੰ ਬਹੁਤ ਪਿਆਰ ਕਰਦੇ ਨੇ। ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਸੁਰਿੰਦਰ ਸ਼ਿੰਦਾ ਜੀ ਜੋ ਕਾਫੀ ਦਿਨਾਂ ਤੋਂ ਡੀਐਮਸੀ ਲੁਧਿਆਣਾ ਦੇ ਵਿੱਚ ਜਿਹੜੇ ਇਲਾਜ ਸੀ, ਉਹਨਾਂ ਦਾ ਅੱਜ ਸਵੇਰੇ 6:30 ਵਜੇ ਉਹਨਾਂ ਨੇ ਆਖਰੀ ਸਾਹ ਲਏ ਨੇ। ਉਹਨਾਂ ਦਾ ਦੇਹਾਂਤ ਹੋਇਆ। ਉਹਨਾਂ ਦੇ ਜਿਹੜੇ ਬੇਟੇ ਨੇ ਮਨਿੰਦਰ ਸ਼ਿੰਦਾ, ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਔਰ ਕਾਬਿਲੇ ਗੌਰ ਹੈ ਕਿ ਇਸ ਤੋਂ ਪਹਿਲਾਂ ਉਹਨਾਂ ਨੂੰ ਲੁਧਿਆਣਾ ਦੇ ਹੀ ਇੱਕ ਹਸਪੀਟਲ ਹੈ, ਦੀਪ ਹਸਪੀਟਲ, ਉੱਥੇ ਭਰਤੀ ਕਰਵਾਇਆ ਗਿਆ ਸੀ। ਜੋ ਜਾਣਕਾਰੀ ਹੈ, ਉੱਥੇ ਇੱਕ ਛੋਟਾ ਜਿਹਾ ਆਪਰੇਸ਼ਨ ਹੋਇਆ, ਉਸ ਤੋਂ ਬਾਅਦ ਇਨਫੈਕਸ਼ਨ ਵੱਧਦਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਡੀਐਮਸੀ ਲੁਧਿਆਣਾ ਸ਼ਿਫਟ ਕਰਨਾ ਪਿਆ ਔਰ ਇਨਫੈਕਸ਼ਨ ਵੱਧਦਾ ਰਿਹਾ ਔਰ ਇਨਫੈਕਟ ਆਪਾਂ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵੀ ਖਬਰਾਂ ਦੇਖ ਰਹੇ ਹਾਂ ਕਿ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਔਰ ਉਸ ਦੀ ਵਜ੍ਹਾ ਦੇ ਨਾਲ ਉਹਨਾਂ ਨੇ ਅੱਜ ਜਿਹੜੀ ਆਖਰੀ ਸਾਹ ਲਏ ਨੇ। ਸਵੇਰੇ 6:30 ਵਜੇ ਉਹਨਾਂ ਦਾ ਦੇਹਾਂਤ ਹੋਇਆ ਲੁਧਿਆਣਾ ਦੇ ਵਿੱਚ ਤੇ ਉਹਨਾਂ ਦਾ ਕ੍ਰੀਮੇਸ਼ਨ ਕਿੱਥੇ ਹੋਏਗਾ, ਕਦੋਂ ਕੀਤਾ ਜਾਣਾ ਹੈ, ਅਜੇ ਤੱਕ ਪਰਿਵਾਰ ਨੇ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਪਰ ਇੱਕ ਵੱਡਾ ਲਾਸ ਲਾਜ਼ਮੀ ਤੌਰ ਤੇ ਸੁਰਿੰਦਰ ਸ਼ਿੰਦਾ ਇੱਕ ਬਹੁਤ ਵੱਡਾ ਨਾਮ ਹੈ, ਇੱਕ ਪੰਜਾਬੀ ਲੈਜੈਂਡ ਦੇ ਤੌਰ ਦੇ ਉੱਤੇ ਉਹਨਾਂ ਨੂੰ ਦੇਖਿਆ ਜਾਂਦਾ, ਹੁਣ ਯਾਦ ਕੀਤਾ ਜਾਏਗਾ। ਤਾਂ ਇੱਕ ਇੰਡਸਟਰੀ ਨੂੰ ਤੁਸੀਂ ਕਹਿ ਸਕਦੇ ਹੋ ਕਿ ਬਹੁਤ ਵੱਡਾ ਘਾਟਾ ਹੈ। ਇਹ ਉਸ ਦੌਰ ਦੇ ਸਿੰਗਰਸ ਨੇ ਜੋ ਇੱਕ ਵੱਖਰੇ ਮੁਕਾਮ ਤੱਕ ਪੰਜਾਬੀ ਸਿੰਗਿੰਗ ਨੂੰ ਲੈ ਕੇ ਗਏ ਨੇ। ਆਪਾਂ ਪਿਛਲੇ 1-2 ਸਾਲਾਂ ਦਾ ਮੈਂ ਜ਼ਿਕਰ ਕਰਾਂ ਤਾਂ ਪੰਜਾਬੀ ਇੰਡਸਟਰੀ ਨੇ ਬਹੁਤ ਵੱਡੇ ਨਾਮ ਗਵਾਏ ਨੇ। ਉਹਨਾਂ ਦੇ ਵਿੱਚ ਸਰਦੂਲ ਸਿਕੰਦਰ ਸਾਹਿਬ ਨੇ, ਉਹਨਾਂ ਦੇ ਵਿੱਚ ਸੁਰਿੰਦਰ ਸ਼ਿੰਦਾ ਜੀ ਦਾ ਨਾਮ ਆ ਗਿਆ, ਬਿਲਕੁਲ ਯੰਗ ਸਿੱਧੂ ਮੂਸੇਵਾਲਾ ਦਾ ਨਾਮ ਉਸ ਦੇ ਵਿੱਚ ਐਡ ਹੋ ਚੁੱਕਿਆ। ਤਾਂ ਇਹ ਦੌਰ ਬਹੁਤ ਵਧੀਆ ਤੁਸੀਂ ਨਹੀਂ ਕਹਿ ਸਕਦੇ ਜਿਸ ਤਰੀਕੇ ਨਾਲ ਬਹੁਤ ਲੈਜੈਂਡਰੀ ਸਿੰਗਰਸ ਜਾਂ ਜਿਹੜੇ ਕਲਾਕਾਰ ਆ ਉਹ ਪੰਜਾਬੀ ਇੰਡਸਟਰੀ ਦੀ ਗਵਾਏ। ਜੀ ਬਿਲਕੁਲ, ਬਹੁਤ ਵੱਡਾ ਚਿਹਰਾ ਅਸੀਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਦੇ ਗੀਤ ਸੁਣ ਕੇ ਬਹੁਤ ਲੋਕ ਜਿਹੜੇ ਨੇ ਉਹਨਾਂ ਨੇ ਉਹ ਦੌਰ ਦੇਖਿਆ ਜਦੋਂ ਉਹ ਸਟੇਜਾਂ ਤੇ ਜਾਂਦੇ ਸੀ ਤੇ ਫਿਰ ਉਸ ਜਨਰੇਸ਼ਨ ਨੇ ਉਹ ਦੌਰ ਦੇਖਿਆ ਜੋ ਟੀਵੀ ਤੇ ਉਹਨਾਂ ਗੀਤਾਂ ਨੂੰ ਸੁਣਦੇ ਸੀ। ਫਿਲਹਾਲ ਸ਼ੁਕਰੀਆ ਗੌਰਵ ਪੂਰੀ ਜਾਣਕਾਰੀ ਦੇ ਲਈ। ਵਿਜੇਪਾਲ ਬਰਾੜ ਮੇਰੇ ਸਹਿਯੋਗੀ ਜੁੜੇ ਨੇ। ਵਿਜੇ, ਬਹੁਤ ਹੀ ਮੰਦਭਾਗੀ ਖਬਰ ਕਹਿ ਸਕਦੇ ਹਾਂ, ਇੱਕ ਆਵਾਜ਼ ਹੀ ਨਹੀਂ, ਇੱਕ ਚਿਹਰਾ ਸੀ ਜਿਸ ਨੂੰ ਸਾਰੇ ਜਾਣਦੇ ਸੀ। ਉਹ ਜੋ ਮੈਂ ਜ਼ਿਕਰ ਕਰ ਰਹੀ ਸੀ ਕਿ ਉਹ ਜਨਰੇਸ਼ਨ ਹੈ ਜਿਨ੍ਹਾਂ ਨੇ ਉਹਨਾਂ ਨੂੰ ਸਟੇਜਾਂ ਤੇ ਵੀ ਵੇਖਿਆ, ਇੱਕ ਉਹ ਜਨਰੇਸ਼ਨ ਹੈ ਜਿਨ੍ਹਾਂ ਨੇ ਟੀਵੀ ਜ਼ਰੀਏ ਸੁਣਿਆ ਜਦੋਂ ਹਜੇ ਮੋਬਾਈਲ ਨਹੀਂ ਆਏ ਸੀ, ਕੰਪਿਊਟਰਸ ਨਹੀਂ ਆਏ ਸੀ। ਤਾਂ ਉਸ ਵੇਲੇ ਦੇ ਉਹ ਵੱਡੇ ਨਾਂ ਸੀ ਤੇ ਉਹ ਅਜੇ ਤੱਕ ਉਹਨਾਂ ਦੇ ਗੀਤ, ਉਹਨਾਂ ਦਾ ਚਿਹਰਾ ਹਰ ਕੋਈ ਜਾਣਦਾ ਹੈ। ਬਹੁਤ ਮਸ਼ਹੂਰ ਜਿਹੜੇ ਗਾਇਕ ਨੇ, ਜਿਵੇਂ ਗੌਰਵ ਜ਼ਿਕਰ ਕਰ ਰਹੇ ਸੀ ਕਿ ਇੱਕ ਦੌਰ ਉਸ ਤਰੀਕੇ ਦਾ ਕਿ ਬਹੁਤ ਵੱਡੇ ਚਿਹਰੇ ਇਸ ਵੇਲੇ ਜਾ ਰਹੇ ਨੇ। ਸਰਦੂਲ ਸਿਕੰਦਰ ਦਾ ਜ਼ਿਕਰ ਕਰ ਰਹੇ ਸੀ ਤਾਂ ਸੁਰਿੰਦਰ ਸ਼ਿੰਦਾ ਵੀ ਇੱਕ ਵੱਡਾ ਨਾਂ ਪੰਜਾਬ ਦਾ। ਕੀ ਕੁਝ ਤੁਹਾਡੇ ਕੋਲ ਪੂਰੀ ਜਾਣਕਾਰੀ, ਕੀ ਕੁਝ ਇਸ਼ੂਜ਼ ਆ ਰਹੇ ਸੀ? ਦੇਖੋ, ਕਾਫੀ ਦਿਨਾਂ ਤੋਂ ਅਰਸ਼ਦੀਪ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ, ਬਿਮਾਰ ਸੀਗੇ, ਡੀਐਮਸੀ ਦੇ ਵਿੱਚ ਐਡਮਿਟ ਸੀਗੇ ਲੁਧਿਆਣਾ ਦੇ ਹਸਪੀਟਲ ਦੇ ਵਿੱਚ ਔਰ ਕੁਝ ਦਿਨ ਪਹਿਲਾਂ ਇਹ ਅਫਵਾਹਾਂ ਵੀ ਉੱਡੀਆਂ ਸੀ ਉਹਨਾਂ ਦੀ ਸਿਹਤ ਨੂੰ ਲੈ ਕੇ। ਪਰ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ, ਉਹਨਾਂ ਦੇ ਬੇਟੇ ਨੇ ਸਾਹਮਣੇ ਆ ਕੇ ਇਹ ਸਭ ਕੁਝ ਦੱਸਿਆ ਸੀ, ਕਲੀਅਰ ਕੀਤਾ ਸੀ ਕਿ ਉਹਨਾਂ ਦੀ ਤਬੀਅਤ ਢਿੱਲੀ ਜ਼ਰੂਰ ਹੈ, ਕ੍ਰਿਟੀਕਲ ਨੇ, ਪਰ ਉਹ ਹਸਪੀਟਲ ਦੇ ਵਿੱਚ ਐਡਮਿਟ ਨੇ ਔਰ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਪਰ ਉਹ ਪਰਿਵਾਰ ਜਾਂ ਡਾਕਟਰ ਜਾਂ ਹੋਰ ਜਿਹੜੇ ਸਕੇ ਸੰਬੰਧੀ ਰਿਸ਼ਤੇਦਾਰ, ਯਾਰ ਦੋਸਤ, ਉਹ ਤੇ
ਸਿਰਫ ਦੁਆ ਕਰ ਸਕਦੇ ਹੁੰਦੇ ਆ। ਅਰਸ਼ਦੀਪ ਐਸੇ ਮੌਕੇ ਤੇ ਬਹੁਤ ਦੁਆਵਾਂ ਸੁਰਿੰਦਰ ਸ਼ਿੰਦਾ ਲਈ ਕੀਤੀਆਂ ਗਈਆਂ, ਉਹਨਾਂ ਦੇ ਕੁਲੀਗਸ ਵੱਲੋਂ, ਉਹਨਾਂ ਦੇ ਸਕੇ ਸੰਬੰਧੀਆਂ ਵੱਲੋਂ, ਉਹਨਾਂ ਦੇ ਚਾਹਣ ਵਾਲਿਆਂ ਵੱਲੋਂ, ਸਰੋਤਿਆਂ ਵੱਲੋਂ। ਪਰ ਉਹ ਕਿਉਂਕਿ ਉਹਨਾਂ ਦੀ ਤਬੀਅਤ ਕਾਫੀ ਜ਼ਿਆਦਾ ਢਿੱਲੀ ਹੋ ਗਈ ਸੀ ਤੇ ਅੱਜ ਉਹਨਾਂ ਨੇ ਸਵੇਰੇ ਆਖਰੀ ਸਾਹ ਲਏ ਨੇ, ਜੋ ਜਾਣਕਾਰੀ ਹੁਣ ਤੱਕ ਪਹੁੰਚੀ ਹੈ। ਸੋ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਵੱਡਾ ਘਾਟਾ ਹੈ, ਖਾਸ ਕਰਕੇ ਕਲਾ ਜਗਤ ਨੂੰ, ਕਿਉਂਕਿ ਇੱਕ ਲੈਜੈਂਡ ਰਹੇ ਹੈ ਸੁਰਿੰਦਰ ਸ਼ਿੰਦਾ, ਜਿਨ੍ਹਾਂ ਨੇ ਬਹੁਤ ਸਾਰੇ ਗੀਤ ਪੰਜਾਬੀ ਜਗਤ ਨੂੰ ਦਿੱਤੇ ਹੈ। ਪੰਜਾਬੀ ਬੋਲੀ ਦੇ ਵਿੱਚ, ਪੰਜਾਬੀ ਭਾਸ਼ਾ ਦੇ ਵਿੱਚ ਜੋ ਉਹਨਾਂ ਨੇ ਆਪਣਾ ਯੋਗਦਾਨ ਪਾਇਆ, ਔਰ ਬਿਨਾਂ ਸ਼ੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਸਮਰੱਥ ਅਦਾਕਾਰੀ ਦੀ ਵਿਦਾਇਗੀ ਹੈ ਸੁਰਿੰਦਰ ਸ਼ਿੰਦਾ ਦਾ ਇਸ ਤਰ੍ਹਾਂ ਚਲੇ ਜਾਣਾ। ਕਿਉਂਕਿ ਹਰ ਕੋਈ ਇਹ ਚਾਹੁੰਦਾ ਹੈ ਕਿ ਜਿਹੜੇ ਉਹਨਾਂ ਦੇ ਮਹਿਬੂਬ ਕਲਾਕਾਰ ਨੇ ਉਹ ਵੱਧ ਤੋਂ ਵੱਧ ਸਮਾਂ ਉਹਨਾਂ ਦੇ ਵਿੱਚ ਰਹਿਣ, ਬੈਠੇ ਰਹਿਣ ਔਰ ਉਹਨਾਂ ਦੇ ਗੀਤਾਂ ਨੂੰ ਸੁਣਦੇ ਰਹਿਣ। ਪਰ ਕਿਉਂਕਿ ਉਮਰ ਅਰਸ਼ਦੀਪ ਜਿੰਨੀ ਲਿਖੀ ਹੁੰਦੀ ਹੈ ਬੰਦਾ ਉਨੀ ਭੋਗ ਕੇ ਜਾਂਦਾ ਹੈ। ਸੋ ਪਰਿਵਾਰ ਦੇ ਲਈ ਜ਼ਾਹਿਰ ਜੀ ਗੱਲ ਹੈ ਸਭ ਤੋਂ ਵੱਡਾ ਘਾਟਾ ਪਰਿਵਾਰ ਦੇ ਲਈ ਹੈ, ਪਰ ਜਿਹੜੇ ਉਹਨਾਂ ਦੇ ਸਰੋਤੇ, ਉਹਨਾਂ ਦੇ ਚਾਹਣ ਵਾਲੇ, ਉਹਨਾਂ ਦੇ ਸ਼ੁਭ ਚਿੰਤਕ, ਉਹਨਾਂ ਦੇ ਫੈਨਸ, ਸਭ ਨੂੰ ਅੱਜ ਉਹਨਾਂ ਨੂੰ ਇੱਕ ਬਹੁਤ ਵੱਡਾ ਸ਼ੌਕ ਲੱਗਿਆ, ਬਹੁਤ ਵੱਡਾ ਝਟਕਾ ਲੱਗਿਆ ਇਸ ਖਬਰ ਦੇ ਨਾਲ ਕਿ ਸੁਰਿੰਦਰ ਸ਼ਿੰਦਾ ਜਿਹੜੇ ਇੱਕ ਲੈਜੈਂਡ ਨੇ ਪੰਜਾਬੀ ਦੇ, ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਅਦਾਕਾਰੀ ਕੀਤੀ। ਜਦੋਂ ਗੁਰਦਾਸ ਮਾਨ ਹੋਰੀ ਫਿਲਮਾਂ ਬਣਾਉਂਦੇ ਸੀ, ਗੁੱਗੂ ਗਿੱਲ ਹੋਰਾਂ ਦੇ ਨਾਲ ਉਹਨਾਂ ਦਾ ਬਹੁਤ ਵਧੀਆ ਐਸੋਸੀਏਸ਼ਨ ਰਹੀ ਹੈ। ਯੋਗਰਾਜ ਸਿੰਘ ਹੋਰਾਂ ਦੇ ਨਾਲ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਦੋਂ ਜਿਸ ਵੇਲੇ ਗੁੱਗੂ ਗਿੱਲ ਤੇ ਯੋਗਰਾਜ ਹੋਰਾਂ ਦੀਆਂ ਫਿਲਮਾਂ ਬੜੇ ਪੀਕ ਤੇ ਹੁੰਦੀਆਂ ਸੀ, ਸਿਖਰ ਤੇ ਹੁੰਦੀਆਂ ਸੀ, ਜੋੜੀ ਪੰਜਾਬ ਦੇ ਵਿੱਚ ਜਾਣੀ ਜਾਂਦੀ ਸੀ। ਇੱਕ ਪੰਜਾਬੀ ਫਿਲਮਾਂ ਨੂੰ ਉਹਨਾਂ ਨੇ ਇੱਕ ਨਵਾਂ ਰੂਪ ਦਿੱਤਾ ਸੀ। ਉਸ ਵੇਲੇ ਸੁਰਿੰਦਰ ਸ਼ਿੰਦਾ ਤਕਰੀਬਨ ਹਰ ਫਿਲਮ ਦਾ ਪਾਰਟ ਹੁੰਦੇ ਸੀ। ਸੁਰਿੰਦਰ ਸ਼ਿੰਦਾ, ਸੁਰਜੀਤ ਬਿਦਰਖੀਆ, ਇਹਨਾਂ ਦੇ ਖਾੜੇ ਫਿਲਮ ਦੇ ਵਿੱਚ ਦਿਖਾਏ ਜਾਂਦੇ ਸੀ। ਇਹਨਾਂ ਦੇ ਰੋਲ ਜਿਹੜੇ ਸੀ, ਕਰੈਕਟਰ ਰੋਲ ਇਹਨਾਂ ਵੱਲੋਂ ਕੀਤੇ ਜਾਂਦੇ ਸੀ। ਸੁਰਿੰਦਰ ਸ਼ਿੰਦਾ ਦੀ ਮੈਨੂੰ ਯਾਦ ਹੈ ਇੱਕ ਫਿਲਮ ਆਈ ਸੀ, ਉੱਚਾ ਦਰ ਬਾਬੇ ਨਾਨਕ ਦਾ, ਗੁਰਦਾਸ ਮਾਨ ਹੋਰਾਂ ਦੀ ਉਹ ਫਿਲਮ ਸੀ, ਬਹੁਤ ਫੇਮਸ, ਬੜੀ ਸੁਪਰ ਹਿੱਟ ਪੰਜਾਬੀ ਫਿਲਮ ਹੋਈ ਸੀ। ਉਸ ਫਿਲਮ ਦੇ ਵਿੱਚ ਸੁਰਿੰਦਰ ਸ਼ਿੰਦਾ ਨੇ ਇੱਕ ਫਕੀਰ ਦਾ ਕਿਰਦਾਰ ਅਦਾ ਕੀਤਾ ਸੀ। ਹੈਂਡੀਕੈਪਡ ਹੁੰਦੇ ਆ, ਫੌੜੀਆਂ ਤੇ ਚੱਲਦੇ, ਇੱਕ ਫਕੀਰ ਹੁੰਦੇ ਆ ਔਰ ਗਾਉਂਦੇ ਆ ਉਸ ਦੇ ਵਿੱਚ ਉਹ। ਤਾਂ ਉਹ ਜਿਹੜਾ ਉਸ ਦਾ ਟਾਈਟਲ ਸੌਂਗ ਸੀ ਉੱਚਾ ਦਰ ਬਾਬੇ ਨਾਨਕ ਦਾ, ਉਹ ਸੁਰਿੰਦਰ ਸ਼ਿੰਦਾ ਹੋਰਾਂ ਨੇ ਉਸ ਨੂੰ ਆਪਣੀ ਆਵਾਜ਼ ਦਿੱਤੀ ਸੀ, ਪਲੇਬੈਕ ਦਿੱਤਾ ਸੀ। ਤਾਂ ਬਹੁਤ ਸਾਰੀਆਂ ਯਾਦਾਂ ਸੁਰਿੰਦਰ ਸ਼ਿੰਦਾ ਦੇ ਨਾਲ ਜੁੜੀਆਂ ਹੋਈਆਂ ਨੇ, ਪੰਜਾਬੀ ਗਾਇਕੀ ਨੂੰ ਲੈ ਕੇ, ਪੰਜਾਬੀ ਕਲਾਕਾਰੀ ਨੂੰ ਲੈ ਕੇ। ਬਹੁਤ ਅੱਛੇ ਅਦਾਕਾਰ ਸੀ, ਬੜੇ ਅੱਛੇ ਇਨਸਾਨ ਸੀ। ਕਦੇ ਵੀ ਅਸੀਂ ਕਈ ਵਾਰ ਉਹਨਾਂ ਦੇ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ। ਪਿਛਲੇ ਸਮੇਂ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਮੈਂ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਨੂੰ ਕੰਟੈਕਟ ਕਰਨ ਦੀ, ਜਿਸ ਦਿਨ ਅਸੀਂ ਮੁਹੰਮਦ ਸਦੀਕ ਸਾਹਿਬ ਨੂੰ ਆਪਣੇ ਸ਼ੋਅ ਦੇ ਵਿੱਚ ਬੁਲਾਇਆ ਸੀ ਨਿਊਜ਼ 18 ਤੇ। ਉਸ ਦਿਨ ਸਾਡੀ ਕੋਸ਼ਿਸ਼ ਸੀ ਕਿ ਸੁਰਿੰਦਰ ਸ਼ਿੰਦਾ ਹੋਰਾਂ ਨੂੰ ਵੀ ਸੱਦਿਆ ਜਾਵੇ ਜਿਹੜੇ ਲੈਜੈਂਡ ਨੇ, ਤੇ ਪਰ ਉਸ ਦਿਨ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ। ਪਰ ਕਿਸੇ ਦਿਨ ਉਹ ਚੰਡੀਗੜ੍ਹ ਆਏ ਤਾਂ ਜ਼ਰੂਰ ਉਹਨਾਂ ਨੇ ਕਿਹਾ ਮੈਂ ਤੁਹਾਡੇ ਆਫਿਸ ਆ ਕੇ ਜਾਵਾਂਗਾ। ਪਰ ਉਸ ਵੇਲੇ ਪਤਾ ਨਹੀਂ ਸੀ ਕਿ ਉਹਨਾਂ ਦੀ ਸਿਹਤ ਅਗਲੇ ਦਿਨਾਂ 'ਚ ਇੰਨੀ ਢਿੱਲੀ ਹੋ ਜਾਣੀ ਹੈ। ਅਸੀਂ ਤੇ ਕੋਸ਼ਿਸ਼ ਕੀਤੀ ਜਾਂ ਇੰਤਜ਼ਾਰ ਕਰਦੇ ਰਹਿ ਗਏ। ਕਈ ਵਾਰੀ ਬਹੁਤ ਚੀਜ਼ਾਂ ਨਹੀਂ ਪੂਰੀਆਂ ਹੁੰਦੀਆਂ ਅਰਸ਼ਦੀਪ। ਸੋ ਵਾਕਈ ਆਪਾਂ ਕਹਿ ਸਕਦੇ ਹਾਂ ਕਿ ਇੱਕ ਸਮਰੱਥ ਅਦਾਕਾਰੀ ਹਰ ਪੱਖੋਂ, ਚਾਹੇ ਉਹ ਫਿਲਮਾਂ ਦੇ ਵਿੱਚ ਅਦਾਕਾਰੀ ਕਰਨ ਨੂੰ ਲੈ ਕੇ ਹੋਵੇ, ਚਾਹੇ ਉਹਨਾਂ ਦੇ ਗਾਣਿਆਂ ਦੇ ਵਿੱਚ, ਬਿਲਕੁਲ ਪਿਛਲੇ ਦਿਨੀ ਵਿਜੇ ਮੁੜ ਤੋਂ ਇੱਕ ਸਮਰੱਥ ਅਦਾਕਾਰੀ ਦੀ ਵਿਦਾਈ। ਮੁੜ ਤੋਂ ਜਿਹੜੀ ਜਿਉਣਾ ਮੋੜ ਫਿਲਮ ਰਿਲੀਜ਼ ਹੋਈ, ਜੋ ਤੁਸੀਂ ਜ਼ਿਕਰ ਕਰ ਰਹੇ ਸੀ, ਗੁੱਗੂ ਗਿੱਲ ਤੇ ਯੋਗਰਾਜ ਦਾ ਜੋ ਸਮਾਂ ਸੀ, ਤਾਂ ਉਹ ਮੁੜ ਤੋਂ ਫਿਲਮ ਰਿਲੀਜ਼ ਹੋਈ ਜਿਸ ਦੇ ਵਿੱਚ ਉਹਨਾਂ ਦੀ ਗਾਇਕੀ ਵੀ ਅਸੀਂ ਦੇਖੀ ਤੇ ਉਹਨਾਂ ਦੀ ਅਦਾਕਾਰੀ ਵੀ ਅਸੀਂ ਦੇਖਦੇ ਰਹੇ ਹਾਂ। ਬਚਪਨ ਤੋਂ ਅਸੀਂ ਉਹਨਾਂ ਦੀ ਅਦਾਕਾਰੀ ਵੀ ਦੇਖਦੇ ਰਹੇ ਹਾਂ। ਉਹ ਇੱਕ ਵੱਡਾ ਚਿਹਰਾ ਸੀ ਜੋ ਜਾਣੇ ਜਾਂਦੇ ਸੀ, ਆਪਣੀ ਗਾਇਕੀ ਦੇ ਲਈ ਤਾਂ ਜਾਣੇ ਹੀ ਜਾਂਦੇ ਸੀ, ਲੇਕਿਨ ਜੇ ਅਸੀਂ ਪੁਰਾਣੀਆਂ ਪੰਜਾਬੀ ਫਿਲਮਾਂ ਦੀ ਗੱਲ ਕਰੀਏ, ਉਸ ਦੌਰ ਦੀ ਗੱਲ ਕਰੀਏ ਜਿਸ ਵੇਲੇ ਦੀ ਜਿਉਣਾ ਮੋੜ ਫਿਲਮ ਹੈ, ਜਾਂ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਸੀ ਬਦਲਾ ਜੱਟੀ ਦਾ, ਉੱਚਾ ਦਰ ਬਾਬੇ ਨਾਨਕ ਦਾ, ਜਿਹੀਆਂ ਫਿਲਮਾਂ ਜਿਹੜੀਆਂ ਇੱਕ ਛਾਪ ਛੱਡ ਗਈਆਂ ਨੇ ਪੰਜਾਬੀ ਸਿਨੇਮਾ ਤੇ, ਅੱਜ ਤੱਕ ਲੋਕ ਯਾਦ ਕਰ ਰਹੇ ਨੇ, ਤਾਂ ਉਹਨਾਂ ਦੇ ਵਿੱਚ ਉਹ ਅਦਾਕਾਰੀ ਵੀ ਕਰਦੇ ਰਹੇ ਨੇ। ਬਿਲਕੁਲ ਅਰਸ਼ਦੀਪ, ਬਹੁਤ ਸਾਰੇ ਨਾਮ ਨੇ, ਆਪਾਂ ਨੂੰ ਹੋ ਸਕਦਾ ਹੈ ਭਲੇ ਯਾਦ ਵੀ ਨਾ ਹੋਣ ਉਨੀਆਂ ਫਿਲਮਾਂ ਦੇ ਨਾਂ। ਗੁੱਗੂ ਗਿੱਲ ਹੋਰਾਂ ਦੀ ਡੈਬਿਊ ਫਿਲਮ ਸੀ, ਉਹਨਾਂ ਦੀ ਹੋਮ ਪ੍ਰੋਡਕਸ਼ਨ ਸੀ ਪੁੱਤ ਜੱਟਾਂ ਦੇ। ਉਸ ਵੇਲੇ ਬੜੀ ਪੰਜਾਬੀ ਦੀ ਸੁਪਰ ਹਿੱਟ ਫਿਲਮ ਹੋਈ ਸੀ। ਉਸ ਫਿਲਮ ਦੇ ਵਿੱਚ ਸੁਰਿੰਦਰ ਸ਼ਿੰਦਾ ਦੇ ਗੀਤ ਸੀ, ਬੜੇ ਮਕਬੂਲ ਹੋਏ ਸੀ ਉਸ ਵੇਲੇ। ਉਹਨਾਂ ਨੇ ਇੱਕ ਗੀਤ ਗਾਇਆ ਸੀ ਉਸ ਫਿਲਮ ਦੇ ਵਿੱਚ, ਜਿੰਦ ਯਾਰ ਦੀ ਮੰਗਾ ਮੈਂ ਰੱਬਾ ਰੋ ਕੇ, ਕਿਹੜੀ ਮੈਂ ਖੁਦਾਈ ਮੰਗ ਲਈ। ਬੜਾ ਸ਼ਾਨਦਾਰ ਉਹ ਗੀਤ ਉਸ ਵੇਲੇ ਬਹੁਤ ਮਕਬੂਲ ਹੋਇਆ। ਸੁਰਿੰਦਰ ਸ਼ਿੰਦਾ ਅਕਸਰ ਉਹ ਸਟੇਜ ਤੇ ਗਾਉਂਦੇ ਰਹੇ, ਗੁੱਗੂ ਗਿੱਲ ਹੋਰਾਂ ਨੂੰ ਬੁਲਾ ਲੈਂਦੇ ਸੀ ਜਦੋਂ ਕਿਤੇ ਇਕੱਠੇ ਉਹ ਹੁੰਦੇ ਸੀ ਇਸ ਤਰੀਕੇ ਦੇ ਸਮਾਗਮ 'ਚ, ਪ੍ਰੋਗਰਾਮ ਦੇ ਵਿੱਚ। ਉਸ ਤੋਂ ਬਾਅਦ ਵੀ ਬਹੁਤ ਸਾਰੀਆਂ, ਜੱਟ ਜਿਉਣਾ ਮੋੜ ਦਾ ਤੁਸੀਂ ਜ਼ਿਕਰ ਕੀਤਾ, ਉਸ ਦੇ ਵਿੱਚ ਉਹਨਾਂ ਦਾ ਉਸ ਵੇਲੇ ਇਹ ਬੜਾ ਮਕਬੂਲ ਗੀਤ ਹੋਇਆ ਸੀ, ਕਾਲੇ ਪਾਣੀਓ ਮੋੜ ਨੂੰ ਖਤ ਕਿਸ ਨੇ ਪਾਇਆ, ਬਦਲਾ ਲੈ ਲਈ ਜਿਉਣਿਆ।
ਇਸ ਤਰੀਕੇ ਨਾਲ ਬਹੁਤ ਸਾਰੇ ਹੈ, ਮਤਲਬ ਆਪਾਂ ਤਾਂ ਗਿਣਤੀ ਵੀ ਯਾਦ ਨਹੀਂ ਰੱਖ ਸਕਦੇ ਜਿੰਨੀਆਂ ਉਹਨਾਂ ਦੀਆਂ ਅਚੀਵਮੈਂਟਸ ਨੇ, ਜਿੰਨੇ ਉਹਨਾਂ ਦੇ ਗੀਤ ਨੇ। ਪੰਜਾਬੀ ਦੇ ਇੱਕ ਜੋ ਫੇਮਸ ਅਦਾਕਾਰ ਹੋਏ ਸੀ ਅਮਰ ਸਿੰਘ ਚਮਕੀਲਾ, ਜਿਨ੍ਹਾਂ ਤੇ ਫਿਲਮ ਬਣ ਰਹੀ ਹੈ ਪਿੱਛੇ ਜੇ ਦਲਜੀਤ ਦੋਸਾਂਝ ਹੋਰਾਂ ਨੇ ਫਿਲਮ ਬਣਾਈ, ਉਹ ਵੀ ਸੁਰਿੰਦਰ ਸ਼ਿੰਦਾ ਹੋਰਾਂ ਦੇ ਨਾਲ ਸਟੇਜ ਤੇ ਕਿਸੇ ਵੇਲੇ ਗਾਉਂਦੇ ਸੀ, ਉਹਨਾਂ ਤੋਂ ਸਿੱਖਦੇ ਸੀ, ਉਹਨਾਂ ਦੇ ਨਾਲ ਸਟੇਜ ਸਾਂਝਾ ਕਰਦੇ ਸੀ। ਸੋ ਸੁਰਿੰਦਰ ਸ਼ਿੰਦਾ ਦੇ ਨਾਲ ਹਰ ਇੱਕ ਮੈਂ ਕਹਿਣਾ ਕਿ ਕਲਾਕਾਰ ਜਿੰਨੇ ਵੀ ਨੇ ਇਸ ਵੇਲੇ ਪੰਜਾਬੀ ਇੰਡਸਟਰੀ ਦੇ ਵਿੱਚ, ਜਿੰਨੇ ਸੀਨੀਅਰ ਆਰਟਿਸਟ ਨੇ, ਸ਼ਾਇਦ ਹੀ ਕੋਈ ਐਸਾ ਹੋਵੇ ਜਿਸ ਦੀਆਂ ਸੁਰਿੰਦਰ ਸ਼ਿੰਦਾ ਦੇ ਨਾਲ ਯਾਦਾਂ ਨਾ ਹੋਣ, ਜਿਸਨੇ ਸੁਰਿੰਦਰ ਸ਼ਿੰਦਾ ਹੋਰਾਂ ਦੇ ਨਾਲ ਕੰਮ ਨਾ ਕੀਤਾ ਹੋਵੇ ਫਿਲਮਾਂ ਦੇ ਵਿੱਚ। ਹਰ ਤਕਰੀਬਨ ਸੀਨੀਅਰ ਅਦਾਕਾਰ ਜਿੰਨੇ, ਔਰ ਨਵੇਂ ਵੀ ਜਿਹੜੇ ਦਲਜੀਤ ਦੋਸਾਂਝ, ਗਿੱਪੀ ਗਰੇਵਾਲ ਹੋਰੀ, ਇਹਨਾਂ ਦਾ ਦੌਰ ਜਦੋਂ ਆਇਆ ਅੱਜ ਵੀ ਚੱਲ ਰਿਹਾ। ਹੋਰ ਬਹੁਤ ਸਾਰੇ ਕਲਾਕਾਰ ਪੰਜਾਬੀ ਫਿਲਮਾਂ ਦੇ ਵਿੱਚ ਨਵੇਂ ਆ ਰਹੇ ਨੇ, ਉਹਨਾਂ ਨੇ ਵੀ ਕਿਸੇ ਨਾ ਕਿਸੇ ਰੂਪ 'ਚ ਕਿਸੇ ਸਮਾਗਮਾਂ ਦੇ ਵਿੱਚ, ਫੰਕਸ਼ਨਸ ਦੇ ਵਿੱਚ ਉਹ ਮਿਲਦੇ ਹੈ ਤਾਂ ਬਹੁਤ ਕੁਝ ਸਿੱਖਿਆ ਹੁੰਦਾ ਹੈ ਐਸੀਆਂ ਸ਼ਖਸੀਅਤਾਂ ਨੂੰ। ਜਿਵੇਂ ਤੁਸੀਂ ਸਰਦੂਲ ਸਿਕੰਦਰ ਹੋਰਾਂ ਦਾ ਜ਼ਿਕਰ ਕਰ ਰਹੇ ਸੀ, ਸਰਦੂਲ ਸਿਕੰਦਰ ਹੋਰਾਂ ਦਾ ਨਾਮ ਲੈਜੈਂਡ ਹੈ ਪੰਜਾਬੀ ਗਾਇਕੀ ਦੇ, ਬਹੁਤ ਉਹਨਾਂ ਦੀ ਵੀ ਦੇਣ ਬਹੁਤ ਵੱਡੀ ਰਹੀ ਹੈ। ਸੁਰਜੀਤ ਬਿੰਦਰਖੀਆ ਹੋਰੀ ਇਸ ਦੁਨੀਆ ਤੋਂ ਚਲੇ ਗਏ। ਬਹੁਤ ਸਾਰੇ ਐਸੇ ਨਾਮ ਨੇ ਜਿਨ੍ਹਾਂ ਨੇ ਪੰਜਾਬੀ ਗਾਇਕੀ ਦੇ ਵਿੱਚ, ਪੰਜਾਬੀ ਕਲਾਕਾਰੀ ਦੇ ਖੇਤਰ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੁੰਦਾ। ਔਰ ਅਰਸ਼ਦੀਪ, ਖਾਸ ਤੌਰ ਤੇ ਜਿਹੜੇ ਇਹੋ ਜਿਹੇ ਅਦਾਕਾਰ ਹੁੰਦੇ ਨੇ, ਲੈਜੈਂਡਸ ਹੁੰਦੇ ਨੇ, ਉਹਨਾਂ ਦੇ ਨਾਲ ਇੱਕ ਖਾਸ ਤੌਰ ਤੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਹੁੰਦੇ ਆ, ਉਹਨਾਂ ਦੇ ਸਮਰਥਕ ਹੁੰਦੇ ਆ, ਸਰੋਤੇ ਹੁੰਦੇ ਆ, ਉਹਨਾਂ ਦੀ ਇੱਕ ਦਿਲੀ ਸਾਂਝ ਜੁੜ ਜਾਂਦੀ ਹੈ। ਜਦੋਂ ਤੁਸੀਂ ਕਿਸੇ ਦੀ ਆਵਾਜ਼ ਨੂੰ, ਕਿਸੇ ਦੇ ਬੋਲਾਂ ਨੂੰ, ਗਾਇਕੀ ਨੂੰ, ਮਿਊਜ਼ਿਕ ਨੂੰ ਪਸੰਦ ਕਰਦੇ ਹੋ ਤਾਂ ਤੁਹਾਡੀ ਇੱਕ ਦਿਲੀ ਸਾਂਝ ਉਹਨਾਂ ਦੇ ਨਾਲ ਜੁੜ ਜਾਂਦੀ ਹੈ। ਔਰ ਫਿਰ ਜ਼ਾਹਿਰ ਜੀ ਗੱਲ ਹੈ ਕਿ ਜਦੋਂ ਉਹ ਇਨਸਾਨ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਤਾਂ ਫਿਰ ਦੁੱਖ ਹੋਣਾ, ਦਰਦ ਹੋਣਾ ਸੁਭਾਵਿਕ ਹੈ। ਸਿੱਧੂ ਮੂਸੇਵਾਲਾ ਦਾ ਪਿਛਲੇ ਸਮੇਂ ਦੇ ਵਿੱਚ ਦੇਹਾਂਤ ਹੋਇਆ। ਉਸ ਵੇਲੇ ਵੀ ਬਹੁਤ ਸਾਰੇ ਜਿਹੜੇ ਅੱਜ ਕੱਲ੍ਹ ਦੇ ਯੰਗਸਟਰਸ ਨੇ ਉਹ ਸਿੱਧੂ ਮੂਸੇਵਾਲਾ ਦੇ ਨਾਲ ਦਿਲੋਂ ਜੁੜੇ ਹੋਏ ਸੀ, ਉਹਨਾਂ ਦੀ ਗਾਇਕੀ ਨੂੰ ਪਸੰਦ ਕਰਦੇ ਸੀ। ਔਰ ਜ਼ਾਹਿਰ ਦੀ ਗੱਲ ਹੈ ਉਹਨਾਂ ਦੇ ਜਾਣ ਨਾਲ ਉਹਨਾਂ ਨੌਜਵਾਨਾਂ ਨੂੰ, ਯੰਗਸਟਰਸ ਨੂੰ ਦੁੱਖ ਹੋਇਆ। ਪੁਰਾਣੇ ਜਿੰਨੇ ਕਲਾਕਾਰ ਸੀ ਉਹਨਾਂ ਨੇ ਦੁੱਖ ਜਤਾਇਆ, ਹਰ ਕੋਈ ਉਹਨਾਂ ਦੇ ਪਰਿਵਾਰ ਦੇ ਨਾਲ ਅਫਸੋਸ ਕਰਕੇ ਆਇਆ। ਸੋ ਜਿਨ੍ਹਾਂ ਨੇ ਵੀ ਕਿਸੇ ਵੀ ਤਰੀਕੇ ਨਾਲ ਕਲਾ ਦੇ ਖੇਤਰ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੁੰਦਾ ਹੈ, ਉਹਨਾਂ ਦੇ ਨਾਲ ਉਹਨਾਂ ਦੇ ਚਲੇ ਜਾਣ ਤੇ ਦੁੱਖ ਹੁੰਦਾ ਹੀ ਹੈ, ਸੁਭਾਵਿਕ ਜੀ ਗੱਲ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਇੱਕ ਕਲਾਕਾਰ ਨੇ ਔਰ ਇਹਨਾਂ ਦੀ ਬਹੁਤ ਲੰਬੀ ਚੌੜੀ ਐਸੋਸੀਏਸ਼ਨ ਰਹੀ ਹੈ ਕਿਸੇ ਨਾ ਕਿਸੇ ਰੂਪ 'ਚ। ਜਦੋਂ ਇਹ ਸਟੇਜਾਂ ਤੋਂ ਆਪਣੇ ਸ਼ੋਅਜ਼ ਕਰਦੇ ਰਹੇ ਹੈ, ਕਲਾਕਾਰੀ ਕਰਦੇ ਰਹੇ ਹੈ, ਜ਼ਾਹਿਰ ਜੀ ਗੱਲ ਆ ਜੋ ਉਹਨਾਂ ਨੂੰ ਵੀ ਆਪਣੇ ਬਹੁਤ ਸਾਰੇ ਪਲ ਯਾਦ ਆ ਰਹੇ ਹੋਣਗੇ, ਯਾਦਾਂ ਸੁਰਿੰਦਰ ਸ਼ਿੰਦਾ ਹੋਰਾਂ ਨਾਲ ਹੋਣਗੀਆਂ ਸਾਂਝੀਆਂ। ਸੋ ਜਿੰਨੇ ਵੀ ਇਸ ਵੇਲੇ ਪੰਜਾਬੀ ਗਾਇਕੀ ਦੇ ਜਾਂ ਪੰਜਾਬੀ ਕਲਾਕਾਰੀ ਦੇ, ਪੰਜਾਬੀ ਫਿਲਮਾਂ ਦੇ ਖੇਤਰ 'ਚ ਨਾਮਣਾ ਖੱਟ ਚੁੱਕੇ ਕਲਾਕਾਰ ਨੇ, ਲੈਜੈਂਡਸ ਨੇ, ਹਰ ਕਿਸੇ ਦੀਆਂ ਯਾਦਾਂ ਸੁਰਿੰਦਰ ਸ਼ਿੰਦਾ ਦੇ ਨਾਲ ਜੁੜੀਆਂ ਹੋਈਆਂ। ਅਸੀਂ ਐਜ਼ ਏ ਜਰਨਲਿਸਟ ਜੇ ਕਦੇ ਮੌਕਾ ਮਿਲਿਆ ਉਹਨਾਂ ਦੇ ਨਾਲ ਕਿਸੇ ਸਮਾਗਮ ਦੇ ਵਿੱਚ ਮਿਲਣ ਦਾ, ਗੱਲਬਾਤ ਕਰਨ ਦਾ, ਚਾਹੇ ਉਹ ਗੱਲਬਾਤ 2 ਮਿੰਟ ਦੀ, 4 ਮਿੰਟ ਦੀ ਹੋਵੇ, ਪਰ ਇੱਕ ਸਾਂਝ ਤੁਹਾਡੇ ਨਾਲ ਜੁੜ ਜਾਂਦੀ ਹੈ ਜਿਨ੍ਹਾਂ ਨੂੰ ਤੁਸੀਂ ਬਚਪਨ ਤੋਂ ਸੁਣਦੇ ਆ ਰਹੇ ਹੋ, ਦੇਖਦੇ ਆ ਰਹੇ ਹੋ। ਜੇ ਕਦੇ ਕਿਸੇ ਸਮਾਗਮ 'ਚ ਬਤੌਰ ਪੱਤਰਕਾਰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਦਾ ਤਾਂ ਉਹ ਵੀ ਇੱਕ ਵੱਖਰਾ ਐਕਸਪੀਰੀਅੰਸ ਹੁੰਦਾ ਹੈ। ਅਰਸ਼ਦੀਪ, ਤੁਸੀਂ ਵੀ ਬਹੁਤ ਸਾਰੇ ਸਮਾਗਮਾਂ ਦੇ ਵਿੱਚ ਇਹ ਚੀਜ਼ਾਂ ਮਹਿਸੂਸ ਕੀਤੀਆਂ ਹੋਣਗੀਆਂ ਜਿਨ੍ਹਾਂ ਨੂੰ ਅਸੀਂ ਬਚਪਨ ਤੋਂ ਸੁਣਦੇ ਹਾਂ। ਕਈ ਵਾਰੀ ਆਏ ਹੁੰਦਾ ਬਹੁਤ, ਜਦੋਂ ਤੁਸੀਂ ਇਸ ਪ੍ਰੋਫੈਸ਼ਨ 'ਚ ਨਹੀਂ ਆਏ ਹੁੰਦੇ ਤਾਂ ਤੁਹਾਨੂੰ ਇੱਕ ਚਾਹ ਹੁੰਦੀ ਹੈ, ਇੱਛਾ ਹੁੰਦੀ ਹੈ ਕਿ ਮੈਂ ਕਦੇ ਮਿਲਾਂ। ਤੇ ਫਿਰ ਜੇ ਕਦੇ ਤੁਹਾਨੂੰ ਉਹਨਾਂ ਦੀ ਇੰਟਰਵਿਊ ਕਰਨ ਦਾ ਜਾਂ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ, ਸਬੱਬ ਬਣਦਾ ਇਹੋ ਜਿਹਾ, ਤਾਂ ਫਿਰ ਬਹੁਤ ਕੁਝ ਉਦੋਂ ਤੁਹਾਨੂੰ ਇੱਕ ਅਲੱਗਪਨ, ਵੱਖਰਾਪਨ ਮਹਿਸੂਸ ਹੁੰਦਾ। ਸੋ ਹਰ ਕਿਸੇ ਦੀਆਂ ਯਾਦਾਂ ਅੱਜ ਸੁਰਿੰਦਰ ਸ਼ਿੰਦਾ ਦੇ ਨਾਲ ਜੁੜੀਆਂ ਹੋਈਆਂ ਨੇ ਔਰ ਹਰ ਕੋਈ ਉਹਨਾਂ ਨੂੰ ਯਾਦ ਕਰ ਰਿਹਾ, ਉਹਨਾਂ ਨੂੰ ਆਪਣੇ ਦਿਲੋਂ ਸ਼ਰਧਾਂਜਲੀ ਭੇਂਟ ਕਰ ਰਿਹਾ। ਜੀ ਵਿਜੇ, ਜੋ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਆਪਣੀ ਗਾਇਕੀ ਦੇ ਲਈ, ਆਪਣੀ ਅਦਾਕਾਰੀ ਦੇ ਲਈ ਜਾਣੇ ਜਾਂਦੇ ਨੇ, ਖਾਸ ਕਰਕੇ ਜੇ ਪਿਛਲੀ ਜਨਰੇਸ਼ਨ ਦੀ ਗੱਲ ਕਰੀਏ ਤਾਂ ਹਰ ਕਿਸੇ ਨੇ ਉਹਨਾਂ ਦੇ ਨਾਲ ਕੰਮ ਕੀਤਾ ਹੈ, ਉਹਨਾਂ ਦੇ ਨਾਲ ਗਾਇਆ ਹੈ ਜਾਂ ਸਟੇਜ ਸਾਂਝੀ ਕੀਤੀ ਹੈ ਜਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦੇ ਨਾਲ ਜੁੜੇ ਰਹੇ ਨੇ। ਅੱਜ ਕੱਲ੍ਹ ਅਸੀਂ ਬਹੁਤ ਇਸ ਚੀਜ਼ ਦੀ ਪਿਛਲੇ ਸਮੇਂ ਦੇ ਵਿੱਚ ਡਿਸਕਸ਼ਨ ਵੀ ਹੋਈ ਹੈ, ਭਾਵੇਂ ਉਹ ਸਿੱਧੂ ਮੂਸੇਵਾਲਾ ਦੇ ਕੇਸ ਨੂੰ ਲੈ ਕੇ ਹੋਏ, ਕਿ ਹੁਣ ਇੱਕ ਦੂਸਰੇ ਦੀ ਜਿਹੜੀ ਅਚੀਵਮੈਂਟ ਹੈ ਉਸ ਨੂੰ ਲੈ ਕੇ ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਇੱਕ ਦੂਸਰੇ ਦੀ ਅਚੀਵਮੈਂਟ ਜਰੀ ਨਹੀਂ ਜਾਂਦੀ ਹੈ, ਉਸ ਤਰੀਕੇ ਦੀਆਂ ਚੀਜ਼ਾਂ ਆਉਂਦੀਆਂ ਨੇ। ਲੇਕਿਨ ਇਹ ਉਹਨਾਂ ਕਲਾਕਾਰਾਂ ਦੇ ਵਿੱਚੋਂ ਆਉਂਦੇ ਸੀ ਜਿਨ੍ਹਾਂ ਨੇ ਬਹੁਤ ਸਾਰੇ ਨਵੇਂ ਕਲਾਕਾਰਾਂ ਨੂੰ ਮੰਚ ਦਿੱਤਾ, ਨਵੇਂ ਕਲਾਕਾਰਾਂ ਨੂੰ ਅੱਗੇ ਲਿਆਂਦਾ। ਬਿਲਕੁਲ ਅਰਸ਼ਦੀਪ, ਤੁਸੀਂ ਠੀਕ ਗੱਲ ਕੀਤੀ ਹੈ ਕਿ ਅੱਜ ਕੱਲ ਥੋੜਾ ਜਿਹਾ ਇਸ ਦੇ ਵਿੱਚ ਬਦਲਾਵ, ਕਿਉਂਕਿ ਸਮੇਂ ਦੇ ਨਾਲ ਜਦੋਂ ਚੀਜ਼ਾਂ ਬਦਲਦੀਆਂ ਤਾਂ ਬਹੁਤ ਕੁਝ ਉਸ ਦੇ ਵਿੱਚ ਬਦਲਾਵ ਆ ਜਾਂਦਾ ਹੈ। ਸੋ ਇਹਨਾਂ ਚੀਜ਼ਾਂ ਦੇ ਵਿੱਚ ਬਦਲਾਵ ਆਇਆ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਪੁਰਾਣੇ ਜਿਹੜੇ ਅਦਾਕਾਰ ਨੇ, ਕਲਾਕਾਰ ਨੇ, ਉਹ ਇੱਕ ਦੂਜੇ ਦੀ ਕਿਸ ਤਰੀਕੇ ਨਾਲ ਰਿਸਪੈਕਟ ਕਰਦੇ ਸੀ, ਅੱਜ ਵੀ ਜੇ ਕਿਸੇ ਨੂੰ ਮਿਲਦੇ ਨੇ, ਮੈਨੂੰ ਯਾਦ ਹੈ ਪਿਛਲੇ ਦਿਨੀ ਨਿਊਜ਼ 18 ਤੇ ਆਪਾਂ ਇੱਕ ਸ਼ੋਅ ਕਰਵਾਇਆ ਸੀ ਪ੍ਰੋਮੀਨੈਂਟ ਪੰਜਾਬੀ,
ਤੇ ਉਸ ਸ਼ੋਅ ਦੇ ਵਿੱਚ ਮੁਹੰਮਦ ਸਦੀਕ ਸਾਹਿਬ ਨੂੰ ਬੁਲਾਇਆ ਗਿਆ ਸੀ ਔਰ ਨਾਲ ਸਟੇਜ ਤੇ ਸ਼ਮਸ਼ੇਰ ਸੰਧੂ ਹੋ ਰਹੀ ਸੀ। ਤਾਂ ਉਹ ਜਦੋਂ ਮੁਹੰਮਦ ਸਦੀਕ ਸਾਹਿਬ ਸਟੇਜ ਤੇ ਆਏ ਤੇ ਫਿਰ ਉਸ ਤੋਂ ਬਾਅਦ ਸ਼ਮਸ਼ੇਰ ਸੰਧੂ ਹੋਰਾਂ ਨੂੰ ਬੁਲਾਇਆ ਗਿਆ ਤਾਂ ਸ਼ਮਸ਼ੇਰ ਸੰਧੂ ਹੋਰਾਂ ਨੇ ਆ ਕੇ ਸਦੀਕ ਸਾਹਿਬ ਦੇ ਪੈਰੀਂ ਹੱਥ ਲਾਏ। ਤਾਂ ਇਹ ਜਿਹੜੇ ਪੁਰਾਣੇ ਆਰਟਿਸਟ ਨੇ, ਕਲਾ ਦੇ ਖੇਤਰ ਨਾਲ ਜੁੜੇ ਲੋਕ ਨੇ, ਇਹ ਅੱਜ ਵੀ ਇੱਕ ਦੂਸਰੇ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਨੇ, ਇੱਕ ਦੂਸਰੇ ਨੂੰ ਮਿਲਦੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ। ਅੱਜ ਕੱਲ ਥੋੜੀ ਜੀ ਕਿਤੇ ਨਾ ਕਿਤੇ ਟਫਲ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ ਜਾਂ ਕਿਤੇ ਨਾ ਕਿਤੇ ਕੰਟਰੋਵਰਸੀ ਹੁੰਦੀਆਂ। ਜੀ ਵਿਜੇ, ਮੈਂ ਮੁੜ ਤੋਂ ਤੁਹਾਡਾ ਰੁਖ ਕਰੂੰਗੀ। ਸਾਡੇ ਨਾਲ ਇਸ ਵੇਲੇ ਗੁਰਪ੍ਰੀਤ ਘੁੱਗੀ ਜੀ ਫੋਨ ਲਾਈਨ ਤੇ ਜੁੜੇ ਨੇ। ਘੁੱਗੀ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਸੁਰਿੰਦਰ ਸ਼ਿੰਦਾ ਜੀ ਦਾ ਦੇਹਾਂਤ ਹੋ ਚੁੱਕਿਆ ਹੈ। ਤੁਸੀਂ ਆਪਣੀਆਂ ਕੋਈ ਯਾਦਾਂ ਉਹਨਾਂ ਦੇ ਨਾਲ ਸਾਂਝੀਆਂ ਕਰ ਸਕੋ, ਜੋ ਅਸੀਂ ਜ਼ਿਕਰ ਕਰ ਰਹੇ ਸੀ ਇਸ ਤੋਂ ਪਹਿਲਾਂ ਵੀ, ਕਿ ਭਾਵੇਂ ਉਹ ਗਾਇਕੀ ਦਾ ਅਸੀਂ ਜ਼ਿਕਰ ਕਰ ਲਈਏ, ਭਾਵੇਂ ਪੰਜਾਬੀ ਫਿਲਮਾਂ 'ਚ ਅਦਾਕਾਰੀ ਦਾ ਜ਼ਿਕਰ ਕਰ ਲਈਏ, ਉਹ ਚਿਹਰਾ ਨੇ ਜਿਨ੍ਹਾਂ ਨੂੰ ਹਰ ਕੋਈ ਜਾਣਦਾ ਹੈ, ਪਛਾਣਦਾ ਹੈ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗਾ ਕਿ ਅੱਜ ਦਾ ਜਿਹੜਾ ਦਿਨ ਚੜ੍ਹਿਆ ਇਹ ਪੰਜਾਬੀ ਲੋਕ ਗਾਇਕੀ ਦੇ ਵਿੱਚ, ਪੰਜਾਬ ਦੇ ਵਿਰਸੇ ਵਿਰਾਸਤ ਦੀ ਇੱਕ ਤਹਿਰੀਰ ਦੇ ਵਿੱਚ ਅਗਰ ਦੇਖਿਆ ਜਾਏ ਤਾਂ ਬਹੁਤ ਕਾਲਾ ਦਿਨ ਚੜ੍ਹਿਆ ਜੀ। ਕਿਉਂਕਿ ਪੰਜਾਬੀ ਲੋਕ ਗਾਇਕੀ ਨੂੰ ਮਤਲਬ ਜੇ ਪਹਿਚਾਣ ਦੇਣ ਵਾਲੇ ਕੁਝ 4-5 ਨਾਵਾਂ ਦੇ ਵਿੱਚੋਂ ਦੇਖੀਏ ਤਾਂ ਅਸੀਂ ਕੁਲਦੀਪ ਮਾਣਕ ਸਾਹਿਬ ਨੂੰ ਪਹਿਲਾਂ ਹੀ ਗਵਾ ਚੁੱਕੇ ਹਾਂ ਜੀ। ਤੇ ਅੱਜ ਮੈਨੂੰ ਲੱਗਦਾ ਇੱਕ ਹੋਰ ਧਰੂ ਤਾਰਾ ਸਾਡਾ ਪੰਜਾਬੀ ਲੋਕ ਗਾਇਕੀ ਦਾ, ਸੁਰਿੰਦਰ ਸ਼ਿੰਦਾ ਜੀ ਸਾਡੇ ਤੋਂ ਵਿਛੜ ਗਏ ਨੇ, ਜਾਂ ਅਸੀਂ ਉਹਨਾਂ ਤੋਂ ਵਿਛੜ ਗਏ ਹਾਂ ਸਮਝੋ। ਤੇ ਇਹ ਬਹੁਤ ਵੱਡਾ ਦੁਖਾਂਤ ਹੈ, ਕਿਉਂਕਿ ਅੱਜ ਦੀ ਡੇਟ 'ਚ ਭਾਵੇਂ ਬਹੁਤ ਕੁਝ ਹੋਰ ਚੱਲਦਾ ਹੈ, ਗਾਇਕੀ ਹੋਰ ਤਰ੍ਹਾਂ ਦੀ ਹੋ ਗਈ, ਸੰਗੀਤ ਬਦਲ ਗਿਆ, ਬੱਚੇ ਹੋਰ ਤਰ੍ਹਾਂ ਦੀਆਂ ਚੀਜ਼ਾਂ ਦੇਖਦੇ ਸੁਣਦੇ, ਪਰ ਆਧਾਰ ਬੇਸ ਤੁਹਾਡਾ ਉਹੀ ਹੁੰਦਾ ਜੀ। ਠੀਕ ਹੈ, ਅਸੀਂ ਇੱਕ ਆਟੇ ਨੂੰ 25 ਤਰ੍ਹਾਂ ਦੇ ਲਵਾਜ਼ਮਾਤ ਬਣਾ ਕੇ ਭਾਵੇਂ ਉਹਦਾ ਪੀਜ਼ਾ, ਪਾਸਤਾ ਜੋ ਮਰਜ਼ੀ ਬਣਾ ਲਈਏ, ਕਿ ਚੱਕੀ ਦੇ ਪੁੜਾ ਚੋਂ ਲੰਘ ਕੇ ਆਇਆ ਉਹ ਕਣਕ ਦਾ ਦਾਣਾ ਹੀ ਹੁੰਦਾ ਸਾਡੇ ਤੱਕ ਪਹੁੰਚਦਾ ਜਿਹੜਾ। ਸੋ ਉਹ ਸਾਡਾ ਮੂਲ ਆਧਾਰ ਹੁੰਦਾ। ਇਹ 4-5 ਗਾਇਕ ਸਾਡੇ ਕੋਲ ਪੰਜਾਬੀ ਜੋ ਸਾਨੀਆਂ ਹੈਗੇ ਨੇ, ਕੁਛ ਉਹਨਾਂ ਚੋਂ ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ, ਜਿਨ੍ਹਾਂ ਨੇ ਪੰਜਾਬੀ ਲੋਕ ਵਿਰਸਾ, ਪੰਜਾਬੀ ਲੋਕ ਗਾਇਕੀ ਆਪਣੇ ਕੋਲ ਸੰਭਾਲੀ ਹੋਈ। ਅੱਜ ਬਹੁਤ ਦਿਲ ਟੁੱਟਾ ਹੈ ਖਬਰ ਸੁਣ ਕੇ, ਕਿਉਂਕਿ ਮੈਂ ਕਾਫੀ ਵਾਰ ਅਸੀਂ ਇਕੱਠਿਆਂ ਨੇ ਸਟੇਜ ਵੀ ਸਾਂਝੀ ਕੀਤੀ, ਅਸੀਂ ਫੋਰਨ ਟੂਰ ਵੀ ਕੀਤੇ 2 ਵਾਰੀ। ਮੈਨੂੰ ਲੱਗਦਾ ਮੇਰਾ ਬੈਸਟ ਮੈਮੋਰੇਬਲ ਟਾਈਮ ਸ਼ਿੰਦਾ ਜੀ ਦੇ ਨਾਲ ਅਸੀਂ ਜਦੋਂ ਯੂਰਪ ਟੂਰ ਕੀਤਾ ਸੀ ਉਦੋਂ ਸੀ, ਕਿਉਂਕਿ ਲੋਕੀ ਉਹਨਾਂ ਨੂੰ ਸਿਰਫ ਇੱਕ ਗਾਇਕ ਦੀ ਤਰ੍ਹਾਂ ਜਾਣਦੇ ਨੇ, ਬਟ ਉਹ ਬਹੁਤ ਬਿਹਤਰੀਨ ਕਮੇਡੀਅਨ ਸਨ। ਮਤਲਬ ਜਦੋਂ ਅਸੀਂ ਇਕੱਠੇ ਟਰੈਵਲ ਕਰ ਰਹੇ ਹਾਂ ਤੇ ਜੇ ਮੇਰੀ ਵਾਰੀ ਨਹੀਂ ਆਉਣ ਦਿੰਦੇ ਬੋਲਣ ਦੀ, ਹਸਾ ਕੇ ਲੋਕਾਂ ਦੀਆਂ ਵੱਖੀਆਂ ਤੋੜੀ ਜਾਂਦੇ, ਹਿਸਾਬ ਲਾ ਲਓ ਕਿੱਦਾਂ ਦੇ ਤਬੀਅਤ ਦੇ ਮਾਲਕ ਹੋਣਗੇ। ਮਤਲਬ ਮੈਂ ਵੀ ਬੇਤਹਾਸ਼ਾ ਹੱਸ ਰਿਹਾ ਉਹਨਾਂ ਦੇ ਨਾਲ। ਉਹ ਹੀ ਵਾਜ਼ ਅ ਜੀਨੀਅਸ, ਮਤਲਬ ਕਮੇਡੀਅਨ ਦੇ ਨਾਲ ਨਾਲ ਇੱਕ ਬਹੁਤ ਬਿਹਤਰੀਨ ਇਨਸਾਨ, ਇੱਕ ਪੈਕੇਜ ਸੀਗੇ ਜੀ ਇਨਸਾਨ ਦਾ। ਘੁੱਗੀ ਜੀ, ਅਸੀਂ ਉਹਨਾਂ ਨੂੰ ਜ਼ਿਆਦਾਤਰ ਅਸੀਂ ਕਹੀਏ ਕਿ ਸਟੇਜਾਂ ਤੋਂ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੋਏਗਾ, ਉਹਨਾਂ ਦੀ ਅਦਾਕਾਰੀ ਦੇਖੀ ਹੋਏਗੀ ਜਾਂ ਉਹਨਾਂ ਦੇ ਗੀਤ ਸੁਣੇ ਨੇ, ਲੇਕਿਨ ਉਹਨਾਂ ਨੂੰ ਤੁਸੀਂ ਨੇੜਿਓਂ ਦੇਖਿਆ, ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨਾਲ ਇਕੱਠੇ ਟਰੈਵਲ ਵੀ ਕੀਤਾ, ਉਹਨਾਂ ਦੇ ਨਾਲ ਸਟੇਜਾਂ ਵੀ ਸਾਂਝੀਆਂ ਕੀਤੀਆਂ, ਤਾਂ ਉਸ ਨਜ਼ਰੀਏ ਨਾਲ ਕੀ ਤੁਹਾਨੂੰ ਫਰਕ ਲੱਗਿਆ, ਉਹ ਜਿਹੜੀ ਇਮੇਜ ਲੋਕਾਂ ਦੇ ਵਿੱਚ ਹੈ ਤੇ ਜੋ ਤੁਸੀਂ ਨੇੜਿਓਂ ਦੇਖਿਆ? ਮੈਂ ਬੇਨਤੀ ਉਹੀ ਕਰ ਰਿਹਾ ਜੀ ਕਿ ਉਹ ਬੜੇ ਮਿਹਨਤ ਨਾਲ ਬਣੇ ਔਰ ਸ਼ਿੱਦਤ ਨਾਲ ਸਦੇ ਹੋਏ ਕਲਾਕਾਰ ਹਨ ਜੀ ਸ਼ਿੰਦਾ ਜੀ। ਉਹਨਾਂ ਨੇ ਲਾਈਫ ਬਹੁਤ ਮਕਾਮ ਤੇ ਕਰਦੇ ਹੋਏ ਆਪਣੇ ਡਿਗਨਿਟੀ ਦੇ ਨਾਲ ਕੰਮ ਕਰਦੇ ਰਹੇ। ਔਰ ਉਹਨਾਂ ਦੇ ਵਿੱਚ ਇੱਕ ਬਿਹਤਰੀਨ ਮੈਂ ਦੋਸਤ ਦੇਖਿਆ, ਉਹਨਾਂ ਦੇ ਵਿੱਚ ਬਿਹਤਰੀਨ ਇੱਕ ਫਾਦਰ ਦੇਖਿਆ, ਆਪਣੇ ਬੱਚਿਆਂ ਲਈ ਫਿਕਰ ਕਰਨਾ। ਬਾਹਰ ਵੀ ਕਿਤੇ ਬੈਠੇ ਨੇ ਤੇ ਬੱਚਿਆਂ ਦੇ ਮੁਸਤਕਬਲ, ਉਹਨਾਂ ਦੇ ਫਿਊਚਰ ਬਾਰੇ ਹਰ ਵੇਲੇ ਚਿੰਤਿਤ ਰਹਿਣਾ, ਬੱਚਿਆਂ ਦੀ ਸੈਟਲਮੈਂਟ ਬਾਰੇ ਸੋਚਣਾ, ਦੋਸਤਾਂ ਦਾ ਫਿਕਰ ਕਰਨਾ। ਮਤਲਬ ਇਹ ਬਹੁਤ ਬਿਹਤਰੀਨ ਚੀਜ਼ਾਂ ਉਹਨਾਂ ਦੇ ਵਿੱਚ ਸਿੱਖਣ ਵਾਲੀਆਂ ਸਨ ਉਹਨਾਂ ਕੋਲੋਂ। ਔਰ ਜੇ ਬਤੌਰ ਕਲਾਕਾਰ ਗੱਲ ਕਰੀਏ ਤੇ ਜਿੱਦਾਂ ਇੱਕ ਮੈਂ ਐਗਜ਼ਾਮਪਲ ਦਿਆਂਗਾ, ਅਸੀਂ ਕਹਿੰਦੇ ਹਾਂ ਹੀਰ ਵਾਰਿਸ ਸ਼ਾਹ ਦੀ। ਹਾਲਾਂਕਿ ਹੀਰ ਰਾਂਝੇ ਦੀ ਸੀ, ਪਰ ਉਹਨੇ ਵਾਰਿਸ ਸ਼ਾਹ ਨੇ ਇੰਨੀ ਸ਼ਿੱਦਤ ਨਾਲ ਲਿਖਿਆ ਕਿ ਹੀਰ ਵਾਰਿਸ ਸ਼ਾਹ ਦੇ ਨਾਲ ਲਿਖੀ ਗਈ। ਏਦਾਂ ਹੀ ਕਿ ਅੱਜ ਕਹੀਏ ਤਾਂ ਜਿਉਣਾ ਮੋੜ ਜਿਹੜਾ ਉਹ ਸੁਰਿੰਦਰ ਸ਼ਿੰਦਾ ਦੇ ਨਾਂ ਤੇ ਲਿਖਿਆ ਹੋਇਆ, ਕਿਉਂਕਿ ਮੋੜ ਦੇ ਕਿਸੇ ਨੂੰ ਪਹਿਲੋਂ ਉਸ ਤਰੀਕੇ ਨਾਲ ਨਹੀਂ ਜਾਣਦੇ ਸੀ। ਜਦੋਂ ਅਸੀਂ ਵੀ ਛੋਟੇ ਹੁੰਦੇ ਸਨ, ਇੱਕ ਆਡੀਓ ਕੈਸਟ ਆਈ ਸੀ ਜਿਉਣਾ ਮੋੜ, ਜਿਹਨੂੰ ਸ਼ਿੰਦਾ ਭਾਜੀ ਨੇ ਗਾਇਆ ਸੀ ਪਰ ਕਨੈਕਟ ਕੀਤਾ ਸੀ ਆਡੀਓ ਦੇ। ਉਹ ਅੱਜ ਵੀ ਲੋਕਾਂ ਦੇ ਵਿੱਚ ਉਨੀ ਮੁਹੱਬਤ ਨਾਲ ਸੁਣੀ ਜਾਂਦੀ ਹੈ, ਉਹਨੇ ਪਿਆਰ ਖਲੂਸ ਦੇ ਨਾਲ ਸੁਣੀ ਜਾਂਦੀ ਹੈ ਉਹਨਾਂ ਦੀ ਆਡੀਓ ਜਿਉਣਾ ਮੋੜ।
ਬਿਲਕੁਲ ਬਹੁਤ ਸਾਰੇ ਗੀਤ ਸਾਡੇ ਚੇਤਿਆਂ ਦੇ ਵਿੱਚ ਨੇ, ਅਸੀਂ ਉਹਨਾਂ ਨੂੰ ਅੱਜ ਯਾਦ ਕਰ ਰਹੇ ਹਾਂ। ਬਹੁਤ ਹੀ ਮੰਦਭਾਗੀ ਖਬਰ ਆਈ ਹੈ। ਗੁਰਪ੍ਰੀਤ ਘੁੱਗੀ ਜੀ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ, ਯਾਦਾਂ ਸਾਂਝੀਆਂ ਕਰਨ ਦੇ ਲਈ। ਤਾਂ ਸੁਰਿੰਦਰ ਸ਼ਿੰਦਾ ਸਾਡੇ ਵਿੱਚ ਨਹੀਂ ਰਹੇ, ਉਹਨਾਂ ਦਾ ਦੇਹਾਂਤ ਹੋ ਗਿਆ ਹੈ। ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ, ਕਈ ਦਿਨਾਂ ਤੋਂ ਸਥਿਤੀ ਨਾਜ਼ੁਕ ਬਣੀ ਹੋਈ ਸੀ ਤੇ ਅੱਜ ਇਹ ਮੰਦਭਾਗੀ ਖਬਰ ਆਈ ਹੈ। ਅੱਜ ਸਵੇਰੇ ਤਕਰੀਬਨ 6:30 ਵਜੇ ਉਹਨਾਂ ਦਾ ਦੇਹਾਂਤ ਹੋ ਗਿਆ ਹੈ।